Hi guys, welcome back to the channel Mr. Singh Educations. Welcome to the Indian Polity classes for all the competitive exams. ਜਿਵੇਂ ਕਿ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਆਪਾਂ ਜਿਹੜੇ ਹੈਗਾ ਪੋਲੀਟੀਕਲ ਸਾਇੰਸ ਲਈ ਜਿਹੜੀ ਕਿ ਕਲਾਸਿਸ ਸਟਾਰਟ ਕੀਤੀਆਂ ਹਰੇਕ ਕੰਪੀਟੀਟਿਵ ਐਗਜ਼ਾਮ ਲਈ, ਚਾਹੇ ਉਹ ਕੀ ਹੈ ਸਟੇਟ ਲੈਵਲ ਦਾ, ਚਾਹੇ ਕਿ ਸੈਂਟਰ ਲੈਵਲ ਦਾ, SSC ਲੈਵਲ ਦਾ ਹੈਗਾ। ਤਾਂ ਤੁਹਾਨੂੰ ਇੱਥੇ ਕੀ ਹੈ ਹਰੇਕ ਤਰ੍ਹਾਂ ਦੇ ਨੋਟਸ ਪ੍ਰੋਵਾਈਡ ਕੀਤੇ ਜਾਣਗੇ, ਹਰੇਕ ਤਰ੍ਹਾਂ ਦਾ ਲੈਕਚਰ ਦਿੱਤਾ ਜਾਏਗਾ। ਤਾਂ ਆਪਾਂ ਸਟੂਡੈਂਟਸ ਫਸਟ ਕਲਾਸ ਦੇ ਵਿੱਚ ਆਪਾਂ ਕਰਿਆ ਸੀ ਕੰਸਟੀਟਿਊਸ਼ਨ ਬਾਰੇ, ਸੈਕਿੰਡ ਆਪਾਂ ਕੀਤਾ ਸੀ ਰਿਟਨ ਅਨਰਿਟਨ ਕੰਸਟੀਟਿਊਸ਼ਨ, ਥਰਡ ਕਲਾਸ 'ਚ ਆਪਾਂ ਕੀ ਹਿਸਟੋਰੀਕਲ ਬੈਕਗਰਾਊਂਡ ਬਾਰੇ ਗੱਲ ਕੀਤੀ ਸੀ। ਆਈ ਥਿੰਕ ਤੁਹਾਨੂੰ ਤੁਸੀਂ ਮੇਰੇ ਲੈਕਚਰ ਦੇਖ ਹੀ ਰਹੇ ਹੋਗੇ। ਤਾਂ ਆਪਾਂ ਕੀ ਹੈ ਸਭ ਤੋਂ ਪਹਿਲਾਂ ਕੀ ਆਪਾਂ ਗੱਲ ਕੀਤੀ ਸੀ ਕੱਲ੍ਹ ਵੀ ਆਪਾਂ ਕੀ ਟਾਈਮਲਾਈਨ ਬਣਾਵਾਂਗੇ। ਟਾਈਮਲਾਈਨ ਕਿਉਂ ਜ਼ਰੂਰੀ ਹੈਗੀ ਹੈ ਪੋਲੀਟੀਕਲ ਸਾਇੰਸ ਦੇ ਵਿੱਚ? ਟਾਈਮਲਾਈਨ ਨਾਲ ਕੀ ਆਪਾਂ ਨੂੰ ਪਤਾ ਲੱਗ ਜਾਏਗਾ ਕਿਵੇਂ ਕਿਵੇਂ ਈਵੈਂਟਸ ਹੋਏ, ਫਸਟ ਈਵੈਂਟ ਕੀ ਸੀ, ਇਹਦਾ ਕੀ ਇੰਪੈਕਟ ਪਿਆ ਉਸ ਪੋਲਿਟੀ 'ਤੇ। ਤਾਂ ਇਵੇਂ ਕੀ ਆਪਾਂ ਜਿਹੜਾ ਹੈਗਾ ਵੀ ਪੋਲਿਟੀ ਦੇ ਵਿੱਚ ਜਿਹੜਾ ਹੈਗਾ ਸਟਾਰਟ ਕਰਿਆ, ਠੀਕ ਹੈ। ਕੱਲ੍ਹ ਆਪਾਂ ਗੱਲ ਕਰੀ ਸੀ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ। ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕੀਤੀ ਸੀ ਵੀ ਜਿਹੜਾ ਹੈਗਾ ਸੀ ਬ੍ਰਿਟਿਸ਼ਰਸ ਸਭ ਤੋਂ ਪਹਿਲਾਂ 1600 'ਚ ਆਏ ਸੀ, ਜਿਹਨੂੰ ਆਪਾਂ ਕਿ 17th ਸੈਂਚੁਰੀ ਕਹਿ ਦਈਏ। 17th ਸੈਂਚੁਰੀ ਦੇ ਵਿੱਚ ਭਾਰਤ ਦੇ ਵਿੱਚ ਆਏ ਸੀ ਐਜ਼ ਅ ਈਸਟ ਇੰਡੀਅਨ ਕੰਪਨੀ, ਠੀਕ ਹੈ, ਟਰੇਡਰਸ, ਠੀਕ ਹੈ, ਵਪਾਰ ਵਾਸਤੇ ਆਏ ਸੀ। ਫਿਰ ਕੀ ਹੌਲੀ ਹੌਲੀ ਉਹਨਾਂ ਨੇ ਕੀ ਹੈ ਜਿਹੜਾ ਹੈਗਾ ਸੀ 1765 ਈਸਵੀ ਦੇ ਵਿੱਚ ਉਹਨਾਂ ਨੇ ਕੀ ਕੀਤਾ, ਦੀਵਾਨੀ ਰਾਈਟਸ ਇਹਨਾਂ ਨੂੰ ਪ੍ਰਾਪਤ ਹੋ ਗਏ। ਕਿਹਨੇ ਕੀਤੇ ਸੀ? ਸ਼ਾਹ ਆਲਮ ਨੇ ਕੀਤੇ ਸੀ। ਐਵੇਂ ਕਿ ਫਿਰ ਜਿਹੜਾ ਹੈਗਾ ਜਦੋਂ ਉਹਨਾਂ ਨੇ ਦੇਖਿਆ, ਬ੍ਰਿਟਿਸ਼ ਪਾਰਲੀਮੈਂਟ ਨੇ ਦੇਖਿਆ ਵੀ ਜਿਹੜੇ ਹੈਗੇ ਨੇ ਕੰਪਨੀ ਜਿਹੜੀ ਹੈਗੀ ਈਸਟ ਇੰਡੀਆ ਕੰਪਨੀ ਹੈਗੀ ਹੈ, ਇਹ ਕੀ ਹੈ ਆਪਣੀ ਮੋਨੋਪਲੀ ਜਿਹੜੀ ਉਹਨੂੰ ਇੱਕ ਅਧਿਕਾਰ ਦਿੱਤਾ ਗਿਆ ਉਹਦਾ ਕੀ ਗਲਤ ਇਸਤੇਮਾਲ ਕਰ ਰਹੀ, ਜਾਂ ਫਿਰ ਕੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜੀ ਹੈਗੀ ਕੰਪਨੀ ਹੈਗੀ ਉਹ ਇਨਸਫੀਸ਼ੀਐਂਟ ਹੈਗੀ ਹੈ ਇੰਡੀਆ 'ਤੇ ਰੂਲ ਕਰਨ ਲਈ। ਇਸ ਕਰਕੇ ਉਹਨਾਂ ਨੇ ਕੀ ਕੀਤਾ ਜਿਹੜਾ ਹੈਗਾ ਸੀ 1858 ਦੇ ਵਿੱਚ ਸਿੱਧੇ ਤੌਰ 'ਤੇ ਕੀ ਹੈ ਉਹਨਾਂ ਨੇ ਕੀ ਹੈ ਆਪਣੀ ਜਿਹੜੀ ਕਿ ਬ੍ਰਿਟਿਸ਼ ਪਾਰਲੀਮੈਂਟ ਨੂੰ ਜਿਹੜੀ ਕਿ ਮਿਨੀ ਪਾਰਲੀਮੈਂਟ ਨੂੰ ਆਪਣਾ ਸਥਾਪਿਤ ਕੀਤਾ ਭਾਰਤ ਦੇ ਵਿੱਚ। ਉਹ ਕੀ ਹੈ 1858 ਤੋਂ ਪਹਿਲਾਂ ਹੀ ਕਰ ਲਿਆ ਗਿਆ ਸੀ, ਠੀਕ ਹੈ। 1858 ਤੋਂ ਕੀ ਹੈ ਉਹਨਾਂ ਨੇ ਕੀ ਹੈ ਔਨਵਰਡਸ ਕੀ ਉਹਨਾਂ ਨੇ ਕੀ ਕੀਤਾ ਸੀ ਵੀ ਆਪ ਦਾ ਜਿਹੜਾ ਹੈਗਾ ਡਾਇਰੈਕਟ ਰੂਲ ਜਿਹੜਾ ਹੈਗਾ ਸਟਾਰਟ ਕਰਤਾ ਸੀ। ਐਵੇਂ ਕਿ ਫਿਰ ਜਿਹੜਾ ਹੈਗਾ ਸੀ ਕਰਾਊਨ ਰੂਲ ਜਿਹੜਾ ਹੈਗਾ, ਕਰਾਊਨ ਰੂਲ ਕੀ ਹੈ ਉਹ ਚੱਲਿਆ 15 ਅਗਸਤ 1947 ਤੱਕ। ਫਿਰ 15 ਅਗਸਤ 1947 ਨੂੰ ਜਦ ਆਪਣਾ ਭਾਰਤ ਦੇਸ਼ ਆਜ਼ਾਦ ਹੋਇਆ ਤਾਂ ਕੀ ਜਿਹੜਾ ਹੈਗਾ ਸੀ ਆਪਣੇ ਜਿਹੜੇ ਭਾਰਤ ਦੇਸ਼ ਨੇ ਕੀ ਹੈ ਪੂਰੇ ਹੀ ਵੀ ਗੁਲਾਮੀ ਨੂੰ ਜਿਹੜਾ ਹੈਗਾ ਪਿੱਛੇ ਛੱਡ ਕੇ ਕੀ ਆਪਾਂ ਕਿ ਇੱਕ ਆਜ਼ਾਦੀ ਦਾ ਦਿਨ ਨੂੰ ਪ੍ਰਾਪਤ ਕੀਤਾ, ਆਪਾਂ ਆਜ਼ਾਦੀ ਦਾ ਦਿਨ ਦੇਖਿਆ। ਫਿਰ ਆਪਾਂ ਗੱਲ ਕਰੀ ਸੀ ਵੀ ਆਪਾਂ ਕੀ ਹੈ ਕੰਪਨੀ ਰੂਲ, ਠੀਕ ਹੈ। ਦੋ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਨੇ। ਇੱਕ ਤਾਂ ਕੀ ਕੰਪਨੀ ਰੂਲ ਹੈਗਾ ਜਿਹੜਾ ਕਿ 1773 ਈਸਵੀ ਦੇ ਵਿੱਚ ਸਟਾਰਟ ਹੁੰਦਾ ਅਤੇ 1853 ਈਸਵੀ ਤੱਕ ਹੈ, ਠੀਕ ਹੈ। ਇਹਨੂੰ ਕੀ ਹੈ ਮੈਂ ਕੱਲ੍ਹ ਦੱਸਿਆ ਸੀ 1858 ਈਸਵੀ ਤੱਕ ਕੀ ਹੈ 1858 ਈਸਵੀ ਤੱਕ ਕੀ ਹੈ ਜਿਹੜਾ ਹੈਗਾ 1858 ਈਸਵੀ ਦੇ ਵਿੱਚ ਕੀ ਹੈ ਕਰਾਊਨ ਰੂਲ ਸਟਾਰਟ ਹੋ ਗਿਆ ਸੀ, ਠੀਕ ਹੈ। ਇਹ ਧਿਆਨ ਰੱਖਣਾ ਹੈਗਾ। ਕੱਲ੍ਹ ਜਿਹੜਾ ਹੈਗਾ ਸੀ ਆਪਾਂ ਕੀ ਗੱਲ ਕਰੀ ਸੀ ਰੈਗੂਲੇਟਿੰਗ ਐਕਟ ਆਫ 1773, ਜਿਹਨੂੰ ਆਪਾਂ ਕੀ ਰੈਗੂਲੇਟਿੰਗ ਐਕਟ 1773 ਵੀ ਕਹਿ ਦੇਈਏ। ਇਹ ਕੰਪਨੀ ਦਾ ਜਿਹੜਾ ਹੈਗਾ ਸੀ ਬ੍ਰਿਟਿਸ਼ਰਸ ਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੀ ਐਕਟ ਹੈਗਾ ਸੀ, ਜਿਹਦੇ ਦੇ ਵਿੱਚ ਉਹਨਾਂ ਨੇ ਕੀ ਹੈ ਜਿਹੜਾ ਹੈਗਾ ਭਾਰਤ 'ਤੇ ਜਿਹੜਾ ਹੈਗਾ ਸੀ ਸ਼ੁਰੂਆਤ ਕੀਤੀ ਸੀ ਆਦੇ ਕਾਨੂੰਨ ਲਾਗੂ ਕਰਨ ਦੀ। ਇਸ ਤੋਂ ਬਾਅਦ ਕੀ ਸੀ ਕੁਛ ਉਹਦੇ ਵਿੱਚ ਜਿਹੜੇ ਹੈਗੇ ਸੀ 1773 ਵਾਲੇ ਐਕਟ ਦੇ ਵਿੱਚ ਕੁਝ ਤਰੁੱਟੀਆਂ ਹੈਗੀਆਂ ਸੀ, ਜਿਹੜੀ ਕਿ ਸੀ ਆਪਾਂ ਮਿਸਟੇਕਸ ਹੈਗੀਆਂ ਸੀ, ਉਹਨੂੰ ਕੀ ਹੈ ਜਿਹੜਾ ਹੈਗਾ ਅਮੈਂਡਿੰਗ ਐਕਟ 1781 ਈਸਵੀ ਦੇ ਵਿੱਚ ਉਹਨਾਂ ਨੇ ਕੀ ਹੈ ਕਰ ਹੀ ਦਿੱਤਾ ਸੀ ਸਹੀ, ਮਤਲਬ ਕਿ ਉਹਨਾਂ ਨੂੰ ਕੀ ਸਹੀ ਕੀਤਾ ਗਿਆ ਵੀ ਇਸ ਤਰ੍ਹਾਂ ਮੈਟਰਸ ਜਿਹੜੇ ਹੈਗੇ ਨੇ ਵੀ ਰਿਜ਼ੋਲਵ ਨਹੀਂ ਹੁੰਦੇ ਸੀ, ਜਾਂ ਕੋਈ ਵੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸੀ ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਸਹੀ ਤਰੀਕੇ ਨਾਲ ਚਲਾਇਆ ਗਿਆ, ਅਮੈਂਡਮੈਂਟ ਕੀਤੀ ਗਈ, ਉਹਨਾਂ ਦੀ ਸੋਧ ਕੀਤੀ ਗਈ, ਠੀਕ ਹੈ। ਗਾਈਜ਼ ਜਿਨ੍ਹਾਂ ਨੇ ਇਹ ਲਾਸਟ ਵਾਲਾ ਲੈਕਚਰ ਨਹੀਂ ਦੇਖਿਆ ਤਾਂ ਲਾਸਟ ਵਾਲਾ ਲੈਕਚਰ ਤੁਸੀਂ ਸੁਣੋਗੇ, ਫਿਰ ਤੁਹਾਨੂੰ ਕੀ ਹੈ ਟਾਈਮਲਾਈਨ ਸਮਝ ਆਏਗੀ ਹੌਲੀ ਹੌਲੀ। ਇਹ ਨਹੀਂ ਵੀ ਮਤਲਬ ਅੱਜ ਦੀ ਕਲਾਸ ਤੁਸੀਂ ਦੇਖ ਲਈ ਕੱਲ੍ਹ ਦੀ ਕਲਾਸ ਦੇਖੀ ਨਹੀਂ ਤੁਹਾਨੂੰ ਟਾਈਮਲਾਈਨ ਨਹੀਂ ਸਮਝ ਆਏਗੀ, ਠੀਕ ਹੈ। ਤਾਂ ਮੈਂ ਹੋਪ ਕਰਦਾ ਕਿ ਤੁਸੀਂ ਜਿਹੜਾ ਹੈਗਾ ਮੇਰੇ ਲਾਸਟ ਲੈਕਚਰ ਤੁਸੀਂ ਦੇਖੋਗੇ ਤਾਂ ਹੀ ਤੁਹਾਨੂੰ ਜਿਹੜਾ ਹੈਗਾ ਟਾਈਮਲਾਈਨ ਦੀ ਜਿਹੜਾ ਹੈਗਾ ਸਹੀ ਤਰੀਕੇ ਨਾਲ ਜਿਹੜੀ ਸਮਝ ਆਏਗੀ। ਹੌਲੀ ਹੌਲੀ ਕਰਕੇ ਫਿਰ ਅੱਗੇ ਜਿਹੜਾ ਹੈਗਾ ਆਪਾਂ ਕੰਟੀਨਿਊ ਕਰ ਰਹੇ ਹਾਂ। ਤਾਂ ਇਸ ਤੋਂ ਬਾਅਦ ਕੀ ਆਪਾਂ ਜਿਹੜਾ ਹੈਗਾ ਸੀ ਪਿਟਸ ਇੰਡੀਆ ਐਕਟ ਕੀਤਾ ਸੀ। ਪਿਟਸ ਇੰਡੀਆ ਐਕਟ 1784 ਈਸਵੀ ਵਾਲਾ, ਠੀਕ ਹੈ ਜੀ। ਸੈਟਲਮੈਂਟ ਐਕਟ ਜਿਹੜਾ ਹੈਗਾ ਸੀ ਉਹ 1781 ਵਾਲਾ ਸੀ। ਪਿਟਸ ਇੰਡੀਆ ਐਕਟ ਜਿਹੜਾ ਹੈਗਾ ਸੀ ਉਹਦੇ ਵਿੱਚ ਕੀ ਸੀ ਆਪਾਂ ਨੇ ਕੀ ਡਿਊਲ ਗਵਰਨਮੈਂਟ ਜਿਹੜੀ ਸੀ ਡਿਊਲ ਗਵਰਨਮੈਂਟ ਸਟਾਰਟ ਕੀਤੀ ਸੀ ਵੀ ਦੋਹਰੀ ਸ਼ਾਸਨ ਪ੍ਰਣਾਲੀ ਵੀ, ਜਿੱਥੇ ਕੀ ਹੈ ਦੋ ਸਰਕਾਰਾਂ ਵਰਕ ਕਰਦੀਆਂ ਨੇ, ਠੀਕ ਹੈ। ਜਿਵੇਂ ਆਪਾਂ ਸਟੇਟ ਦੇ ਵਿੱਚ ਹੁਣ ਕੀ ਹੈ ਪੰਚਾਇਤ ਲੈਵਲ 'ਤੇ ਇੱਕ ਹੈਗੀ ਲੋਕਲ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਈਏ, ਠੀਕ ਹੈ। ਸਟੇਟ ਲੈਵਲ 'ਤੇ ਕੀ ਹੈਗੀ ਆਪਣੀ ਜਿਹੜੀ ਕਿ ਸਟੇਟ ਗਵਰਨਮੈਂਟ ਹੁੰਦੀ ਹੈ, ਠੀਕ ਹੈ। ਇੱਦਾਂ ਹੀ ਕੀ ਸੀ ਪਿਟਸ ਇੰਡੀਆ ਐਕਟ ਦੇ ਵਿੱਚ ਜਿਹੜਾ ਮੇਜਰ ਫੈਕਟ ਹੈਗਾ ਸੀ ਉਹ ਕੀ ਡਿਊਲ ਗਵਰਨਮੈਂਟ ਦਾ ਸੀ। ਉਸ ਤੋਂ ਬਾਅਦ ਕੀ ਜਿਹੜਾ ਹੈਗਾ ਸੀ 1786 ਈਸਵੀ ਵਾਲੇ ਐਕਟ ਦੇ ਵਿੱਚ ਕੀ ਲਾਰਡ ਕਾਰਨਵਾਲਿਸ ਨੂੰ ਕੀ ਹੈ ਗਵਰਨਰ ਜਨਰਲ ਬੰਗਾਲ ਦਾ ਅਪੋਇੰਟ ਕੀਤਾ ਗਿਆ, ਠੀਕ ਹੈ। ਇਸ ਤੋਂ ਬਾਅਦ ਕੀ ਹੈ ਚਾਰਟਰ ਐਕਟ 1793 ਵਾਲਾ 1793 ਵਾਲਾ, ਉਹਦੇ ਵਿੱਚ ਕੀ ਹੈ
ਅਗਲੇ ਫਿਊਚਰ ਜਿਹੜੇ ਹੈਗੇ ਸੀ, ਫਿਊਚਰ ਦੇ ਗਵਰਨਰ ਜਨਰਲ ਹੈਗੇ ਸੀ, ਉਹਨਾਂ ਨੂੰ ਵੀ ਪਾਵਰਸ ਦਿੱਤੀਆਂ ਗਈਆਂ। ਠੀਕ ਹੈ, ਤੇ ਉਹ ਜਿਹੜੇ ਹੈਗਾ ਆਪਣੀ ਪਾਵਰ ਦੇ ਕਿਵੇਂ ਵੀ ਯੂਜ਼ ਕਰ ਸਕਦੇ ਸੀ। ਜੇ ਉਹਨਾਂ ਨੂੰ ਲੱਗਦਾ ਸੀ ਵੀ ਕਿ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਸੀ ਕੋਈ ਵੀ ਕਾਨੂੰਨ ਬਣ ਰਿਹਾ ਕੰਪਨੀ ਦੁਆਰਾ ਤੇ ਉਹ ਕੀ ਗਲਤ ਹੈਗਾ, ਤਾਂ ਉਹ ਉਹਨੂੰ ਓਵਰ ਰੂਲ ਕਰ ਸਕਦੇ, ਮਤਲਬ ਕਿ ਆਪਣਾ ਜਿਹੜੀ ਕੋਈ ਨਾ ਕੋਈ ਜਿਹੜਾ ਹੈਗਾ ਆਪਣਾ ਲੋਅ ਜਿਹੜਾ ਹੈਗਾ ਸੀ ਬਣਾ ਸਕਦੇ ਸੀ ਉਹਨਾਂ 'ਤੇ। ਠੀਕ ਹੈ, ਤਾਂ ਚਾਰਟਰ ਐਕਟ 1813 ਤੱਕ ਆਪਾਂ ਕੱਲ੍ਹ ਕਰ ਰਹੇ ਸੀ। ਅੱਜ ਆਪਾਂ ਅੱਗੇ ਕਰਦੇ ਹੈਗੇ ਹਾਂ। ਅੱਗੇ ਆਪਾਂ ਸਟਾਰਟ ਕਰਨਾ ਅੱਜ ਕੰਪਨੀ ਰੂਲ ਨੂੰ ਪਹਿਲਾਂ ਆਪਾਂ ਕੰਪਲੀਟ ਕਰਨੇ। ਕੰਪਨੀ ਰੂਲ ਜਿਹੜਾ ਹੈਗਾ ਸੀ 1773 ਈਸਵੀ ਤੋਂ ਲੈ ਕੇ 1853 ਈਸਵੀ ਤੱਕ ਹੀ ਕੰਪਨੀ ਰੂਲ ਕੀਤਾ। ਲਾਸਟ ਜਿਹੜਾ ਹੈਗਾ ਸੀ ਈਸਟ ਇੰਡੀਆ ਕੰਪਨੀ ਦੇ ਹੁੰਦਿਆਂ ਮਤਲਬ ਕਿ ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਸੀ ਉਹਨੂੰ ਕੀ ਹੈ ਜਿਹੜਾ ਹੈਗਾ ਸੀ ਉਹਦੇ ਏਕ ਅਧਿਕਾਰ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਸੀ 1853 ਈਸਵੀ ਦੇ ਵਿੱਚ ਖਤਮ ਕੀਤਾ ਗਿਆ। ਠੀਕ ਹੈ, ਤੇ ਫਿਰ ਕੀ ਹੈ ਜਿਹੜਾ ਹੈਗਾ ਸੀ ਕਰਾਊਨ ਰੂਲ ਜਿਹੜਾ ਹੈਗਾ ਸੀ 1858 ਈਸਵੀ ਦੇ ਵਿੱਚ ਸ਼ੁਰੂ ਹੋ ਜਾਂਦਾ। ਠੀਕ ਹੈ, ਤਾਂ ਅੱਜ ਆਪਾਂ ਗੱਲ ਕਰਦੇ ਹੈਗੇ ਚਾਰਟਰ ਐਕਟ 1833 ਈਸਵੀ ਵਾਲਾ। ਠੀਕ ਹੈ, ਚਾਰਟਰ ਐਕਟ ਆਫ 1833। ਤਾਂ 1833 ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਕੀ ਹੈਗਾ, ਇਟ ਮੇਡ ਦਾ ਗਵਰਨਰ ਜਨਰਲ ਆਫ ਬੰਗਾਲ ਐਜ਼ ਦਾ ਗਵਰਨਰ ਜਨਰਲ ਆਫ ਇੰਡੀਆ ਐਂਡ ਵੈਸਟਡ ਇਨ ਹਿਮ 올 ਦ ਸਿਵਲ ਐਂਡ ਮਿਲੀਟਰੀ ਪਾਵਰਸ। ਠੀਕ ਹੈ, ਤਾਂ ਕੀ ਹੋ ਗਿਆ ਵੀ ਇਹਦੇ ਵਿੱਚ ਕੀ ਕੀਤਾ ਗਿਆ, ਜਿਹੜੇ ਗਵਰਨਰ ਜਨਰਲ ਬੰਗਾਲ ਦਾ ਗਵਰਨਰ ਜਨਰਲ ਸੀ ਨਾ ਉਹਨੂੰ ਕੀ ਜਿਹੜਾ ਹੈਗਾ ਸੀ ਪੂਰੇ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ। ਠੀਕ ਹੈ, ਵੀ ਜਿਹੜਾ ਹੁਣ ਕੀ ਹੈ ਉਸ ਟਾਈਮ ਬੰਗਾਲ ਦਾ ਗਵਰਨਰ ਜਨਰਲ ਹੈਗਾ ਸੀ ਉਹ ਕੀ ਉਹਨੂੰ ਪੂਰੇ ਭਾਰਤ 'ਤੇ ਕੀ ਐਜ਼ ਅ ਗਵਰਨਰ ਜਨਰਲ ਪੂਰੇ ਭਾਰਤ 'ਤੇ ਕੀ ਕਾਨੂੰਨ ਬਣਾਵੇਗਾ, ਜਿਹੜਾ ਹੈਗਾ ਰਾਜ ਕਰੇਗਾ ਇੱਕ ਹਿਸਾਬ ਨਾਲ। ਠੀਕ ਹੈ, ਇਸ ਤੋਂ ਬਾਅਦ ਕੀ ਕੀਤਾ ਗਿਆ ਵੀ ਇਹਦੇ ਨਾਲ ਕੀ ਉਹਦੀ ਜਿਹੜੀ ਹੈਗੀ ਸੀ ਜਿਹੜੀ ਅੱਗੇ ਗੱਲ ਕੀਤੀ ਕਿ ਵੈਸਟ ਇਨ ਹਿਮ 올 ਦ ਸਿਵਲ ਐਂਡ ਮਿਲੀਟਰੀ ਪਾਵਰਸ। ਠੀਕ ਹੈ, ਸਿਵਲ ਪਾਵਰਸ ਉਹ ਪਾਵਰਸ ਹੁੰਦੀਆਂ ਨੇ, ਮਤਲਬ ਕੀ ਹੈ ਵੀ ਪੂਰੇ ਦੇਸ਼ ਦੇ ਵਿੱਚ ਮਤਲਬ ਟੈਰੀਟਰੀ ਦੇ ਵਿੱਚ ਰਹਿੰਦੇ ਹੋਏ ਆ ਜਿਹੜੇ ਮਤਲਬ ਇੱਕ ਜਿਵੇਂ ਆਪਣਾ ਰਾਜ ਹੈਗਾ ਰਾਜ, ਜਿਵੇਂ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਉਹ ਰਹਿੰਦੇ ਹੋਏ ਕੀ ਜਿਹੜੇ ਹੈਗੇ ਸੀ ਸਿਵਲ ਅਫੇਅਰਸ ਉਹ ਹੈਗੇ ਨੇ ਵੀ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਜਿਹੜੀ ਪੋਲਿਸੀ ਸਰਕਾਰ ਨੇ ਬਣਾਈਆਂ ਨੇ ਉਹਨਾਂ ਨੂੰ ਕੀ ਜਿਹੜਾ ਹੈਗਾ ਲੋਕਾਂ 'ਤੇ ਜਿਹੜਾ ਹੈਗਾ ਲਾਗੂ ਕਰਾਉਣਾ, ਇਹ ਕੀ ਸਿਵਲ ਜਿਹੜੀ ਪਾਵਰਸ ਹੁੰਦੀਆਂ ਸੀ ਉਸ ਟਾਈਮ। ਅਤੇ ਮਿਲੀਟਰੀ ਪਾਵਰਸ ਕੀ ਹੈਗੇ ਸੀ, ਮਿਲੀਟਰੀ ਪਾਵਰਸ ਹੁੰਦੀ ਸੀ ਵੀ ਆਪ ਦੀ ਜਿਹੜੀ ਕਿ ਦੇਸ਼ ਦੀ ਟੈਰੀਟਰੀ ਜਾਂ ਫਿਰ ਆਦੀ ਜਿਹੜੀ ਕੀ ਹੈ ਆਪਾਂ ਇੱਕ ਪ੍ਰੋਵਿੰਸ ਦੀ ਗੱਲ ਕਰ ਲਈਏ, ਪ੍ਰੋਵਿੰਸ ਨੂੰ ਕੀ ਜਿਹੜਾ ਹੈਗਾ ਸੀ ਦੂਸਰੇ ਜਿਹੜੇ ਹੈਗੇ ਸੀ ਲੋਕਾਂ ਤੋਂ ਪ੍ਰੋਟੈਕਟ ਕਰਨਾ। ਜਿਵੇਂ ਉਸ ਟਾਈਮ ਤੁਹਾਨੂੰ ਮੈਂ ਅੱਗੇ ਵੀ ਕੱਲ੍ਹ ਕਲਾਸ 'ਚ ਗੱਲ ਕੀਤੀ ਸੀ ਮਦਰਾਸ, ਠੀਕ ਹੈ, ਹੈਦਰਾਬਾਦ, ਬੰਗਾਲ ਐਟਸੈਕਟਰਾ ਇਹ ਜਿਹੜੀ ਹੈਗੇ ਸੀ ਰਾਜ ਹੈਗੇ ਸੀ ਮਰਾਠਾ, ਇਹ ਕੀ ਹੈਗੇ ਸੀ ਵੀ ਇਨਵੇਡ ਕਰਦੇ ਸੀ, ਮਤਲਬ ਕਿ ਉਹ ਜਿਹੜੇ ਹੈਗੇ ਟੈਰੀਟਰੀਜ਼ ਨੂੰ ਜਿਹੜਾ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਇਹ ਸਮਰੱਥ ਹੈਗੇ ਸੀ ਉਸ ਟਾਈਮ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਦ ਐਕਟ ਕ੍ਰੀਏਟਡ ਫॉर ਦ ਫਸਟ ਟਾਈਮ ਗਵਰਨਮੈਂਟ ਆਫ ਇੰਡੀਆ ਹੈਵਿੰਗ ਅਥੋਰਿਟੀ ਓਵਰ ਦ ਐਂਟਾਇਰ ਬ੍ਰਿਟਿਸ਼ ਪੋਜੀਸ਼ਨਸ ਇਨ ਇੰਡੀਆ। ਠੀਕ ਹੈ, ਤਾਂ ਮਤਲਬ ਕੀ ਸੀ ਇਹ ਜਿਹੜਾ ਹੈਗਾ ਸੀ ਸਭ ਤੋਂ ਪਹਿਲੀ ਵਾਰੀ ਜਿਹੜਾ ਹੈਗਾ ਸੀ ਪੂਰੇ ਟਾਈਮ ਦੇ ਵਿੱਚ ਹੁਣ ਜਿਹੜੇ 1773 ਦੇ ਵਿੱਚ ਜਿਹੜੇ ਹੈਗੇ ਸੀ ਰੈਗੂਲੇਟਿੰਗ ਐਕਟਸ ਬਣਨੇ ਸਟਾਰਟ ਹੋਏ ਸੀ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਸਭ ਤੋਂ ਪਹਿਲੀ ਵਾਰ ਕੀ ਹੋਇਆ ਸੀ ਜਿਹੜਾ ਹੈਗਾ ਸੀ ਵੀ ਬ੍ਰਿਟਿਸ਼ ਪਾਰਲੀਮੈਂਟ ਨੇ ਇਹ ਜਿਹਾ ਜਿਹੜਾ ਐਕਟ ਲਾਗੂ ਕੀਤਾ ਦੇਸ਼ 'ਤੇ ਕਿ ਜਿਹੜਾ ਹੈਗਾ ਸੀ ਇੱਕ ਜਿਹੜਾ ਹੈਗਾ ਸੀ ਗਵਰਨਰ ਜਨਰਲ ਹੈਗਾ ਸੀ ਹੁਣ ਪੂਰੇ ਦੇਸ਼ 'ਤੇ ਜਿਹੜਾ ਹੈਗਾ ਪੂਰੀ ਬ੍ਰਿਟਿਸ਼ ਟੈਰੀਟਰੀ 'ਤੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਬ੍ਰਿਟਿਸ਼ ਟੈਰੀਟਰੀ 'ਤੇ ਪੂਰੀ ਤਰ੍ਹਾਂ ਰਾਜ ਕਰ ਸਕਦਾ ਸੀ। ਠੀਕ ਹੈ, ਤਾਂ ਇਹ ਜਿਹੜਾ ਹੈਗਾ ਪੁਆਇੰਟ ਸਭ ਤੋਂ ਮੇਜਰ ਪੁਆਇੰਟ ਇਹ ਹੈਗਾ ਵੀ ਇੱਥੇ ਕੁਐਸਚਨ ਬਣ ਸਕਦਾ ਵੀ ਪਹਿਲੀ ਵਾਰੀ ਭਾਰਤ 'ਤੇ ਕਦੋਂ ਜਿਹੜਾ ਹੈਗਾ ਸੀ ਫਸਟ ਟਾਈਮ ਦੇ ਵਿੱਚ ਜਿਹੜਾ ਹੈਗਾ ਪਹਿਲੀ ਵਾਰੀ ਕਦੋਂ ਜਿਹੜਾ ਹੈਗਾ ਸੀ ਪੂਰੇ ਦੇਸ਼ 'ਤੇ ਜਿਹੜਾ ਹੈਗਾ ਸੀ ਬ੍ਰਿਟਿਸ਼ ਪਾਰਲੀਮੈਂਟ ਜਿਹੜਾ ਜਾਂ ਫਿਰ ਕੰਪਨੀ ਰੂਲ ਜਿਹੜਾ ਹੈਗਾ ਸੀ ਲਾਗੂ ਹੋਇਆ ਸੀ, ਤਾਂ ਉਹ ਕਦੋਂ ਹੋਇਆ ਸੀ ਚਾਰਟਰ ਐਕਟ 1833 ਵਾਲੇ 'ਤੇ। ਠੀਕ ਹੈ, ਧਿਆਨ ਰੱਖਣਾ। ਇਸ ਤੋਂ ਬਾਅਦ ਆਪਾਂ ਅੱਗੇ ਸੈਕਿੰਡ ਗੱਲ ਕਰੀਏ, ਸੈਕਿੰਡ ਪੁਆਇੰਟ ਦਿੱਤਾ ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਲਾਰਡ ਵਿਲੀਅਮ ਬੈਂਟਿਕ ਜਿਹੜਾ ਹੈਗਾ ਸੀ ਵਾਸ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ। ਠੀਕ ਹੈ, ਲਾਰਡ ਵਿਲੀਅਮ ਬੈਂਟਿਕ ਜਿਹੜਾ ਹੈਗਾ ਸੀ ਉਹ ਕੀ ਹੈ ਫਸਟ ਗਵਰਨਰ ਜਨਰਲ ਹੈਗਾ ਸੀ ਗਵਰਨਰ ਜਨਰਲ ਆਫ ਇੰਡੀਆ। ਠੀਕ ਹੈ, ਪਹਿਲਾਂ ਕੀ ਸੀ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ ਉਹ ਤੁਸੀਂ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ, ਕੱਲ੍ਹ ਆਪਾਂ ਗੱਲ ਕੀਤੀ ਸੀ ਉਸ ਬਾਰੇ। ਤਾਂ ਫਸਟ ਗਵਰਨਰ ਜਨਰਲ ਆਫ ਇੰਡੀਆ ਜਿਹੜਾ ਹੈਗਾ ਫਸਟ ਗਵਰਨਰ ਜਨਰਲ ਆਫ ਇੰਡੀਆ ਉਹ ਕੌਣ ਸੀ, ਵਿਲੀਅਮ ਬੈਂਟਿਕ ਹੈ ਸੀ, ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਇਹ ਧਿਆਨ ਦੇ ਵਿੱਚ ਰੱਖਣਾ ਤਾਂ ਕਿ ਕਨਫਿਊਜ਼ਨ ਕਈ ਵਾਰ ਕ੍ਰੀਏਟ ਹੋ ਜਾਂਦੀ, ਕਈ ਵਾਰ ਕੀ ਹੁੰਦਾ ਕਿ ਆਪਾਂ ਕੀ ਇਹ ਫਸਟ ਗਵਰਨਰ ਜਨਰਲ ਆਫ ਬੰਗਾਲ ਧਿਆਨ 'ਚ ਹੁੰਦਾ ਅਤੇ ਆਪਾਂ ਕੀ ਜਿਹੜਾ ਹੈਗਾ ਫਸਟ ਗਵਰਨਰ ਜਨਰਲ ਆਫ ਇੰਡੀਆ ਲਗਾ ਦੇਈਏ। ਅਤੇ ਕਈ ਵਾਰ ਕੀ ਹੁੰਦਾ ਜੇ ਉਹਨਾਂ ਨੂੰ ਪੁੱਛਿਆ ਹੁੰਦਾ ਫਸਟ ਗਵਰਨਰ ਜਨਰਲ ਆਫ ਇੰਡੀਆ ਅਤੇ ਆਪਾਂ ਫਸਟ ਗਵਰਨਰ ਜਨਰਲ ਆਫ ਬੰਗਾਲ ਲਗਾ ਦੇਈਏ। ਠੀਕ ਹੈ, ਤਾਂ ਇਹ ਥੋੜ੍ਹਾ ਤੁਸੀਂ ਜਿਹੜਾ ਹੈਗਾ ਧਿਆਨ ਰੱਖਣਾ, ਕਨਫਿਊਜ਼ਨ ਨਹੀਂ ਆਉਣ ਦੇਣੀ। ਠੀਕ ਹੈ, ਇਹਨੂੰ ਪੋਲਿਟੀ ਨੂੰ ਕੀ ਹੈ ਨਾ ਵੀ ਕਰੋਨੋਲੋਜੀ ਤਰ੍ਹਾਂ ਮਤਲਬ ਕਿ ਕਰੋਨੋਲੋਜੀ ਵਾਈਜ਼ ਮਤਲਬ ਕਿ ਟਾਈਮ ਲਾਈਨ ਬਣਾ ਕੇ ਕਰੋਗੇ ਤਾਂ ਸੌਖਾ ਹੋ ਜਾਂਦਾ। ਠੀਕ ਹੈ, ਹੁਣ ਇਵੇਂ ਕਿ ਥਰਡ ਪੁਆਇੰਟ ਜਿਹੜਾ ਹੈਗਾ ਥਰਡ ਪੁਆਇੰਟ ਵੱਲ ਆਪਾਂ ਵੱਧਦੇ ਹਾਂ। ਦ ਲਾਅ ਮੇਡ ਅੰਡਰ ਦ ਪ੍ਰੀਵੀਅਸ ਐਕਟਸ ਵਰ ਕਾਲਡ ਦ ਰੈਗੂਲੇਸ਼ਨਸ। ਠੀਕ ਹੈ, ਜਿਹੜੇ ਹੈਗੇ ਸੀ ਪਹਿਲਾਂ ਜਿਹੜੇ ਹੈਗੇ ਸੀ ਮਤਲਬ ਕਿ ਇਹ ਪਹਿਲਾਂ ਦੇ ਐਕਟਸ ਜਿਹੜੇ ਹੈਗੇ ਸੀ 1813 ਵਾਲੇ ਐਕਟ ਤੱਕ ਹੀ ਜਿਹੜੇ ਹੈਗੇ ਸੀ ਇਹ ਜੋ ਵੀ ਕਾਨੂੰਨ ਬਣਾਏ ਗਏ ਸੀ ਉਹਨੂੰ ਕੀ ਰੈਗੂਲੇਸ਼ਨ ਕਿਹਾ ਗਿਆ। ਠੀਕ ਹੈ, ਰੈਗੂਲੇਸ਼ਨ ਇੱਕ ਛੋਟਾ ਜਿਹਾ ਸੈੱਟ ਹੁੰਦਾ ਹੈ। ਰੈਗੂਲੇਸ਼ਨ ਦੇ ਤੁਹਾਨੂੰ ਥੋੜ੍ਹੀ ਡੈਫੀਨੇਸ਼ਨ ਪਰਿਭਾਸ਼ਾ ਦੱਸ ਦੇਣਾ ਰੈਗੂਲੇਸ਼ਨ ਕੀ ਹੁੰਦੀ ਹੈ। ਰੈਗੂਲੇਸ਼ਨ ਜਿਹੜਾ ਹੈਗਾ ਰੈਗੂਲੇਸ਼ਨ ਆਪਾਂ ਕਹਿ ਸਕਦੇ ਰੈਗੂਲੇਸ਼ਨ ਇਜ਼ ਅ ਸਮਾਲ ਸੈੱਟ ਆਫ ਰੂਲਸ। ਠੀਕ ਹੈ,
दैट वर्क अकॉर्डिंग टू द एक्ट ऑफ क्लास क्लैरिफिकेशन। ठीक है, मतलब कि ये ਹੁੰਦਾ भी जो भी कोई एक्ट बनाया ਗਿਆ ਸਰਕਾਰ ਦੁਆਰਾ ਉਹਦੇ ਵਿੱਚ ਜਿਹੜੇ ਪੁਆਇੰਟਸ ਹੈਗੇ ਨੇ ਜੋ ਵੀ ਹੈਗੇ ਨੇ ਕੋਈ ਵੀ ਗੱਲ ਕੀਤੀ ਗਈ ਹੈ ਉਹਨੂੰ ਕਿ ਆਪਾਂ ਰੈਗੂਲੇਸ਼ਨ ਕਹਿ ਦਈਏ। ਠੀਕ ਹੈ, ਤੇ ਇਸ ਤੋਂ ਬਾਅਦ ਅੱਗੇ ਗੱਲ ਕਰਦੇ ਪਏ ਨੇ ਇਸ ਐਕਟ ਦੇ ਵਿੱਚ ਵਾਈਲ ਦ ਲੋਜ਼ ਮੇਡ ਅੰਡਰ ਦਿਸ ਐਕਟ ਵਰ ਕਾਲਡ ਦ ਐਕਟਸ। ਠੀਕ ਹੈ, ਹੁਣ ਉਹ ਕਹਿ ਰਹੇ ਨੇ ਵੀ ਜਿਹੜੇ 1833 ਵਾਲੇ ਚਾਰਟਰ ਐਕਟ ਦੇ ਵਿੱਚ ਜੋ ਵੀ ਕਾਨੂੰਨ ਬਣਨਗੇ ਉਹਨੂੰ ਕੀ ਐਕਟ ਕਿਹਾ ਜਾਏਗਾ। ਉਹ ਐਕਟ ਕੀ ਹੈਗੇ ਨੇ, ਉਹ ਐਕਟ ਉਹ ਹੁੰਦੇ ਨੇ ਜਿਹੜਾ ਕੀ ਹੈ ਇੱਕ ਐਕਟ ਹੈਗਾ, ਐਕਟ ਦੇ ਵਿੱਚ ਹੀ ਜਿਹੜਾ ਹੈਗਾ ਸੀ ਰੈਗੂਲੇਸ਼ਨਸ ਹੁੰਦੀਆਂ ਨੇ। ਠੀਕ ਹੈ, ਤਾਂ ਐਕਟ ਕੀ ਆਪਾਂ ਐਕਟ ਦੀ ਆਪਾਂ ਡੈਫੀਨੇਸ਼ਨ ਦੇਵਾਂਗੇ ਤਾਂ ਉਹ ਕੀ ਦੇਗਾ, ਦ ਐਕਟ ਇਜ਼ ਅ ਲਾਅ ਦੈਟ ਇਜ਼ ਅਪਰੂਵਡ ਬਾਈ ਦ ਰਿਸਪੈਕਟਿਵ ਲੈਜਿਸਲੇਟਿਵ ਬੋਡੀ। ਮਤਲਬ ਕਿ ਜੋ ਪਾਰਲੀਮੈਂਟ ਹੈਗੀ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ ਹੈਗੀ ਹੈ, ਉਹ ਕੀ ਕੋਈ ਵੀ ਕਾਨੂੰਨ ਬਣਾਉਂਦੀ ਹੈ ਉਹ ਕੀ ਇੱਕ ਐਕਟ ਹੋ ਜਾਏਗਾ। ਠੀਕ ਹੈ, ਉਹ ਜਿਹੜੀ ਹੈਗਾ ਆਪਦੀ ਟੈਰੀਟਰੀ 'ਤੇ ਜਿਹੜੀ ਕਿ ਲਾਗੂ ਕਰੇਗੀ। ਠੀਕ ਹੈ, ਇੱਕ ਜਿਵੇਂ ਆਪਾਂ ਨਾਂ ਦੇ ਦੇਈਏ ਨਾ ਵੀ ਚਾਈਲਡ ਮੈਰਿਜ ਐਕਟ, ਤਾਂ ਉਹ ਕੀ ਇੱਕ ਐਕਟ ਹੈਗਾ, ਉਹਦੇ ਵਿੱਚ ਜਿਹੜੀ ਹੈਗੇ ਨੇ ਜੋ ਵੀ ਪ੍ਰੋਵੀਜ਼ਨ ਦਿੱਤੀ ਗਈ 18 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਹੈਗੇ ਵੀ ਮੈਰਿਜ ਨਹੀਂ ਹੋਏਗੀ, ਗਰਲਸ ਵਾਸਤੇ ਬੋਇਜ਼ ਵਾਸਤੇ 21 ਹੈਗਾ। ਇਸ ਤਰ੍ਹਾਂ ਕੀ ਇਹ ਕੀ ਰੈਗੂਲੇਸ਼ਨਸ ਹੈਗੀਆਂ ਨੇ, ਇਹ ਧਿਆਨ 'ਚ ਰੱਖਣਾ। ਠੀਕ ਹੈ, ਅੱਗੇ ਆਪਾਂ ਵੱਧਦੇ ਹੈਗੇ ਹਾਂ ਆਪਣੇ ਨੈਕਸਟ ਪੁਆਇੰਟ ਵੱਲ। ਈਸਟ ਇੰਡੀਆ ਕੰਪਨੀਜ਼ ਮੋਨੋਪਲੀ ਵਾਜ਼ ਕੰਪਲੀਟਲੀ ਟੇਕਨ ਅਵੇ ਇਨ ਟੀ ਐਂਡ ਟ੍ਰੇਡ ਵਿਦ ਚਾਈਨਾ। ਠੀਕ ਹੈ, ਮਤਲਬ ਕੀ ਹੈਗਾ ਸੀ ਵੀ 1813 ਦੇ ਵਿੱਚ ਕੀ ਕੀਤਾ ਗਿਆ ਸੀ ਵੀ ਬ੍ਰਿਟਿਸ਼ ਕੋਲ ਕੀ ਮੋਨੋਪਲੀ ਏਕਾਧਿਕਾਰ ਜਿਹੜਾ ਹੈਗਾ ਸੀ ਉਹਨਾਂ ਦਾ ਵਪਾਰਕ ਏਕਾਧਿਕਾਰ ਹੈਗਾ ਸੀ ਉਹ ਖਤਮ ਕਰ ਦਿੱਤਾ ਗਿਆ ਸੀ। ਸਿਰਫ ਇੱਕ ਉਹਨਾਂ ਕੋਲ ਏਕਾਧਿਕਾਰ ਬਚ ਗਿਆ ਸੀ, ਉਹ ਹੈਗਾ ਸੀ ਚਾਹ ਵਾਲਾ। ਠੀਕ ਹੈ, ਭਾਰਤ ਨਾਲ ਸਿਰਫ ਉਹ ਕੀ ਹੈਗੇ ਸੀ ਚਾਹ ਵਾਲਾ ਜਿਹੜਾ ਵਪਾਰ ਕਰ ਰਿਹਾ ਸੀ, ਉਹਨਾਂ ਕੋਲ ਏਕਾਧਿਕਾਰ ਹੈਗਾ ਸੀ, ਹੋਰ ਕੋਈ ਵੀ ਕਰ ਨਹੀਂ ਕਰ ਸਕਦਾ ਸੀ ਕੰਪਨੀ ਰੂਲ ਤੋਂ ਬਿਨਾਂ। ਅਤੇ ਚਾਈਨਾ ਦੇ ਵਿੱਚ ਉਹਨਾਂ ਕੋਲ ਅਜੇ ਕੰਪਲੀਟਲੀ ਹੈਗਾ ਸੀ, ਬਟ ਕੀ ਹੈਗਾ ਸੀ ਜਿਹੜਾ 1833 ਵਾਲਾ ਚਾਰਟਰ ਐਕਟ ਦੇ ਵਿੱਚ ਕੀ ਹੈਗਾ ਸੀ ਨਾ ਵੀ ਸਾਰੇ ਜਿਹੜੇ ਹੈਗਾ ਸੀ ਉਹਨਾਂ ਦਾ ਮੋਨੋਪਲੀ ਜੋ ਵੀ ਉਹਦਾ ਏਕਾਧਿਕਾਰ ਹੈਗਾ ਸੀ ਉਹ ਸਾਰਾ ਕੀ ਉਹਨੂੰ ਖਤਮ ਕਰ ਦਿੱਤਾ ਗਿਆ, ਵਪਾਰਕ ਏਕਾਧਿਕਾਰ ਹੁੰਦਾ ਖਤਮ ਕਰ ਦਿੱਤਾ ਗਿਆ। ਤਾਂ ਇਹ ਕੁਐਸਚਨ ਬਣ ਸਕਦਾ ਵੀ ਈਸਟ ਇੰਡੀਆ ਕੰਪਨੀ ਦਾ ਜਿਹੜਾ ਹੈਗਾ ਸੀ ਵੀ ਵਪਾਰਕ ਏਕਾਧਿਕਾਰ ਕਦੋਂ ਖਤਮ ਹੋਇਆ, ਕਿਹੜੇ ਚਾਰਟਰ ਐਕਟ ਦੇ ਥਰੂ ਖਤਮ ਹੋਇਆ, ਤਾਂ ਉਹ ਤੁਸੀਂ ਧਿਆਨ ਰੱਖਣਾ ਹੋਏਗਾ। ਚਾਰਟਰ ਐਕਟ ਆਫ 1833, ਚਾਰਟਰ ਐਕਟ 1833 ਵਾਲੇ ਦੇ ਵਿੱਚ ਕੀ ਹੈ ਇਹਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ, ਅੱਗੇ ਆਪਾਂ ਨੈਕਸਟ ਪੁਆਇੰਟ ਵੱਲ ਵੱਧਦੇ ਹਾਂ। ਤਾਂ ਨੈਕਸਟ ਪੁਆਇੰਟ ਦੇ ਵਿੱਚ ਕੀ ਦੱਸਿਆ ਗਿਆ, ਦ ਚਾਰਟਰ ਐਕਟ ਆਫ 1833 ਅਟੈਂਪਟਡ ਟੂ ਇੰਟਰੋਡਿਊਸ ਅ ਸਿਸਟਮ ਆਫ ਓਪਨ ਕੰਪੀਟੀਸ਼ਨ ਫॉर ਸਿਲੈਕਸ਼ਨ ਆਫ ਸਿਵਲ ਸਰਵੈਂਟਸ ਐਂਡ ਸਟੇਟ ਦੈਟ ਇੰਡੀਅਨਸ ਸ਼ੁੱਡ ਨੋਟ ਬੀ ਡੀਬੈਰਡ ਫਰੋਮ ਹੋਲਡਿੰਗ ਐਨੀ ਪਲੇਸ ਆਫਿਸ ਐਂਡ ਐਮਪਲੋਇਮੈਂਟ ਅੰਡਰ ਦ ਕੰਪਨੀ। ਤਾਂ ਮਤਲਬ ਕੀ ਇਹਦਾ ਹੈਗਾ ਵੀ ਚਾਰਟਰ ਐਕਟ 1833 ਵਾਲੇ ਵਿੱਚ ਅਟੈਂਪਟ ਹੈਗਾ ਸੀ ਇੱਕ, ਮਤਲਬ ਕੰਪਲੀਟ ਨਹੀਂ ਹੋਇਆ, ਅਟੈਂਪਟ ਹੈਗਾ ਸੀ, ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਹੈਗਾ ਸੀ ਇਸ ਤਰ੍ਹਾਂ ਸਿਸਟਮ ਲੈਂਦਾ ਜੇ ਜਿਹਦੇ ਕਿ ਵੀ ਓਪਨ ਕੰਪੀਟੀਸ਼ਨ ਹੋਵੇ। ਪਹਿਲਾਂ ਕੀ ਹੈਗਾ ਸੀ ਨਾ ਜਦੋਂ ਮਤਲਬ ਕਿ ਇਹ ਸਿਵਲ ਸਰਵਿਸਿਜ਼ ਦੀ ਸਟਾਰਟਿੰਗ ਹੋਈ ਸੀ ਤਾਂ ਪਹਿਲਾਂ ਕੀ ਹੈਗਾ ਸੀ ਸਿਰਫ ਬ੍ਰਿਟਿਸ਼ਰਸ ਜਿਹੜੇ ਹੈਗੇ ਸੀ, ਬ੍ਰਿਟਿਸ਼ਰਸ ਲੋਕ ਹੀ ਸਿਰਫ ਉਹ ਕੀ ਹੈ ਆਦਾ ਜਿਹੜਾ ਹੈਗਾ ਸੀ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇ ਸਕਦੇ ਸੀ। ਠੀਕ ਹੈ, ਇੰਡੀਅਨਸ ਨਹੀਂ ਦੇ ਸਕਦੇ ਸੀ, ਕਿਉਂਕਿ ਇੰਡੀਅਨਸ ਨੂੰ ਉਹ ਬ੍ਰਿਟਿਸ਼ਰਸ ਕੀ ਹੈ ਜਿਹੜੇ ਉਹਨਾਂ ਇੰਡੀਅਨਸ ਨੂੰ ਕੀ ਕਰਪਟ, ਠੀਕ ਹੈ, ਅਤੇ ਲੇਜ਼ੀ ਮੰਨਦੇ ਸੀ। ਠੀਕ ਹੈ, ਅਤੇ ਅਨਕੈਪੈਸੀਟੈਂਟ ਮਤਲਬ ਕਿ ਅਯੋਗ ਮੰਨਦੇ ਸੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਜਦੋਂ ਸਿਵਲ ਸਰਵਿਸ ਸਟਾਰਟਿੰਗ ਹੋਈ ਤਾਂ ਆਪਣੇ ਜਿਹੜੇ ਹੈਗੇ ਸੀ ਫਸਟ ਜਿਹੜੇ ਹੈਗੇ ਸੀ ਸਿਵਲ ਸਰਵੈਂਟਸ ਕੌਣ ਸੀ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਅਤੇ ਕਦੋਂ ਹੋਏ ਸੀ। ਠੀਕ ਹੈ, ਇਹ ਵੀ ਦੱਸਣਾ। ਠੀਕ ਹੈ, ਤਾਂ ਉਹਨਾਂ ਨੇ ਕੀ ਕਿਹਾ ਸੀ ਵੀ ਇਹ ਜਿਹੜੇ ਹੈਗੇ ਸੀ ਇੰਡੀਅਨਸ ਜਿਹੜੇ ਕਰਪਟ ਹੁੰਦੇ ਨੇ ਐਟਸੈਕਟਰਾ ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਹੈਗੇ ਸੀ ਉਹਨਾਂ ਦੇ ਇੰਡੀਆ ਦੇ ਖਿਲਾਫ ਜਿਹੜੇ ਹੈਗੇ ਸੀ ਦਲੀਲ ਰੱਖੇ ਸੀ। ਇਸ ਕਰਕੇ ਜਿਹੜਾ ਹੈਗਾ ਸੀ ਇਹ ਜਿਹੜਾ ਹੈਗਾ ਸਟੈਪ ਹੈਗਾ ਸੀ ਇਹਨੂੰ ਕੀ ਫਿਰ ਨਹੀਂ ਕੀਤਾ ਗਿਆ। ਠੀਕ, ਇਹਨੂੰ ਡੀਬੈਰ ਕਰ ਦਿੱਤਾ ਗਿਆ। ਡੀਬੈਰ ਦਾ ਮਤਲਬ ਹੁੰਦਾ ਵੀ ਇਹਨੂੰ ਵੀ ਸਹੀ ਨਹੀਂ ਹੈਗਾ ਵੀ ਆਪਣੇ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਲਿਆਉਣਾ ਜਿਹੜਾ ਹੈਗਾ ਸੀ ਉਹਨਾਂ ਦੀ ਟੈਰੀਟਰੀ ਦੇ ਵਿੱਚ ਸਹੀ ਨਹੀਂ ਗਾ। ਇਸ ਕਰਕੇ ਇਹ ਜਿਹੜਾ ਹੈਗਾ ਸੀ ਇਸ ਨੂੰ ਇਸ ਐਕਟ ਨੂੰ ਫਿਰ ਦਬਾ ਦਿੱਤਾ ਗਿਆ, ਮਤਲਬ ਕਿ ਇਹ ਕੰਮ ਨਹੀਂ ਹੋਏਗਾ, ਮਤਲਬ ਕਿ ਭਾਰਤੀਆਂ ਨੂੰ ਕੀ ਹੈ ਜਿਹੜਾ ਹੈਗਾ ਸੀ ਸਿੱਧੇ ਤੌਰ 'ਤੇ ਸਿਵਲ ਸਰਵਿਸਿਜ਼ ਦੇ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਠੀਕ ਹੈ, ਜਿਵੇਂ ਕਿ ਲਾਸਟ ਪੁਆਇੰਟ ਵਿੱਚ ਮੈਂ ਮੈਂਸ਼ਨ ਕੀਤਾ ਹੀ ਹੈ, ਹਾਊਐਵਰ ਦਿਸ ਪ੍ਰੋਵੀਜ਼ਨ ਵਾਜ਼ ਨੈਗੇਟਡ ਆਫਟਰ ਦ ਓਪੋਜੀਸ਼ਨ ਫਰੋਮ ਦਾ ਕੋਰਟ ਆਫ ਡਾਇਰੈਕਟਰਸ। ਠੀਕ ਹੈ, ਤਾਂ ਕੋਰਟ ਆਫ ਡਾਇਰੈਕਟਰ ਨੇ ਕੀ ਹੈਗਾ ਸੀ ਉਹ ਜਿਹੜੇ ਹੈਗਾ ਸੀ ਉਹਨਾਂ ਨੂੰ ਓਪੋਜੀਸ਼ਨ ਕੀਤੀ ਸੀ ਵੀ ਜਿਹੜਾ ਹੈਗਾ ਸੀ ਭਾਰਤੀਆਂ ਨੂੰ ਕੀ ਆਪਾਂ ਨੂੰ ਹਿੱਸਾ ਨਹੀਂ ਲੈਣ ਦੇਣਾ ਚਾਹੀਦਾ ਸਿਵਲ ਸਰਵਿਸਿਜ਼ ਦੇ ਵਿੱਚ। ਤਾਂ ਉਹਨਾਂ ਨੇ ਉਹੀ ਦਲੀਲ ਰੱਖੀ ਸੀ ਵੀ ਇਹ ਕੀ ਹੁੰਦੇ ਕਰਪਟ ਹੁੰਦੇ ਨੇ, ਇਹ ਲੇਜ਼ੀ ਹੁੰਦੇ ਨੇ, ਇਹ ਇਨਕੈਪੈਸੀਟੈਂਟ ਹੈਗੇ ਨੇ, ਇਲਿਟਰੇਟ ਹੈਗੇ ਨੇ, ਐਟਸੈਕਟਰਾ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਸੀ। ਠੀਕ ਹੈ, ਤਾਂ ਚਾਰਟਰ ਐਕਟ 1833 ਦੇ ਵਿੱਚ ਮੇਨ ਗੱਲਾਂ ਕੀ ਨਿਕਲ ਕੇ ਆਉਂਦੀਆਂ ਨੇ, ਇੱਕ ਤਾਂ ਕੀ ਇਹ ਜਿਹੜਾ ਹੈਗਾ ਭਾਰਤ ਦਾ ਜਿਹੜਾ ਹੈਗਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਠੀਕ ਹੈ, ਉਹ ਤੁਸੀਂ ਧਿਆਨ ਰੱਖਣਾ ਉਹ ਕਿਹਨੂੰ ਬਣਾਇਆ ਗਿਆ, ਲਾਰਡ ਵਿਲੀਅਮ ਬੈਂਟਿਕ ਨੂੰ ਬਣਾ ਦਿੱਤਾ ਗਿਆ। ਠੀਕ ਹੈ, ਇਹ ਕੀ ਇੱਕ ਫਸਟ ਟਾਈਮ ਹੈਗਾ ਸੀ ਜਿਹੜਾ ਹੈਗਾ ਸੀ। ਠੀਕ ਹੈ, ਇਸ ਤੋਂ ਬਾਅਦ ਕੀ ਕੀਤਾ ਗਿਆ ਵੀ ਇਸ ਤੋਂ ਬਾਅਦ ਜਿਹੜਾ ਹੈਗਾ ਸੀ ਉਹਨਾਂ ਨੇ 1833 ਦੇ ਵਿੱਚ ਇੱਕ ਐਕਟ ਜਿਹੜਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸਿਵਲ ਸਰਵਿਸ ਦੇ ਵਿੱਚ, ਪਰ ਕਿ ਉਹਨੂੰ ਵੀ ਜਿਹੜਾ ਹੈਗਾ ਸੀ ਨੈਗਲੈਕਟ ਕਰ ਦਿੱਤਾ ਗਿਆ। ਠੀਕ ਹੈ, ਇਹ ਤੁਸੀਂ ਧਿਆਨ 'ਚ ਰੱਖਣਾ। ਅੱਗੇ ਆਪਾਂ ਗੱਲ ਕਰਦੇ ਹਾਂ ਚਾਰਟਰ ਐਕਟ 1853 ਵਾਲੀ।
ठीक है। तो हुण चार्टर एक्ट 1853 ਜਿਹੜਾ ਹੈਗਾ ਸੀ ਇਹ ਕੀ ਸਭ ਤੋਂ ਲਾਸਟ, ठीक है, भी ਹੁਣ ਕੀ ਕੰਪਨੀ ਰੂਲ ਦੇ ਦੌਰਾਨ, ਕੰਪਨੀ ਰੂਲ ਕਦੋਂ ਸਟਾਰਟ ਹੁੰਦਾ 1773 ਈਸਵੀ ਤੋਂ ਲੈ ਕੇ 1853 ਈਸਵੀ ਤੱਕ, ठीक है। तो ਹੁਣ ਕੀ ਕੰਪਨੀ ਰੂਲ ਦੌਰਾਨ ਜਿਹੜਾ ਹੈਗਾ ਸੀ ਇਹ ਜਿਹੜਾ ਹੈਗਾ ਸੀ ਲਾਸਟ ਹੈਗਾ ਸੀ, ठीक है। ध्यान रखना ये ਜਿਹੜਾ ਲਾਸਟ ਚਾਰਟਰ ਐਕਟ ਹੈਗਾ ਸੀ ਜਿਹੜਾ ਕਿ ਕੰਪਨੀ ਰੂਲ ਦੌਰਾਨ ਜਿਹੜਾ ਹੈਗਾ ਸੀ ਬਣਾਇਆ ਗਿਆ ਸੀ ਬ੍ਰਿਟਿਸ਼ ਪਾਰਲੀਮੈਂਟ ਦੁਆਰਾ, ठीक है। तो ਇਹਦੇ ਵਿੱਚ ਕੀ ਕਹਿੰਦੇ ਨੇ, ਦਿਸ ਵਾਜ਼ ਦ ਲਾਸਟ ਆਫ ਦ ਸੀਰੀਜ਼ ਆਫ charter acts passed by the British Parliament between 1793 and 1853, ठीक है। तो वही गल कर रहे हैं भी कि लास्ट सीरीज़ ਜਿਹੜੇ चार्टर एक्ट्स की एक सीरीज़ ਦੇ ਵਿੱਚ ਜਿਹੜਾ ਹੈਗਾ ਸੀ ਲਾਸਟ ਐਕਟ ਕਿਹੜਾ ਹੈਗਾ ਸੀ ਉਹ ਹੈਗਾ ਸੀ ਚਾਰਟਰ ਐਕਟ ਆਫ 1853 ਜਿਹਨੂੰ ਆਪਾਂ ਕਿ ਚਾਰਟਰ ਐਕਟ 1853 ਦੇ ਨਾਮ ਨਾਲ ਜਾਣਦੇ, ठीक है। ਸੋ ਹੁਣ ਇਹਦੇ ਜਿਹੜੇ ਹੈਗੇ ਸੀ ਇਹਦੇ ਮਤਲਬ ਫੀਚਰਸ ਕੀ ਹੈਗੇ ਨੇ। ਫੀਚਰਸ ਦੇ ਵਿੱਚ ਫਸਟ ਫੀਚਰ ਦੀ ਗੱਲ ਕਰੀਏ, it's separated for the first time the legislative and executive functions of the governor ਜਨਰਲਸ ਕਾਉਂਸਿਲ, ਠੀਕ ਹੈ। ਤਾਂ ਹੁਣ ਕੀ ਉਹ ਗੱਲ ਕਰ ਰਹੇ ਨੇ ਵੀ ਜਿਹੜਾ ਹੈਗਾ ਸੀ ਸਭ ਤੋਂ ਵੀ ਪੂਰੇ ਚਾਰਟਰ ਐਕਟਸ ਜਦੋਂ ਦੇ ਬਣਨੀ ਸਟਾਰਟ ਹੋਏ ਸੀ, ਜਦੋਂ ਦੀ ਪੋਜੀਸ਼ਨਸ ਜਿਹੜੀ ਹੈਗੀਆਂ ਬਣਨੀਆਂ ਸਟਾਰਟ ਹੋਈਆਂ ਸੀ, ਉਹਦੇ ਵਿੱਚ ਸਭ ਤੋਂ ਪਹਿਲੀ ਵਾਰ ਕੀ ਹੈਗਾ ਸੀ ਚਾਰਟਰ ਐਕਟ 1853 ਦੇ ਵਿੱਚ ਕੀ ਕੀਤਾ ਗਿਆ ਵੀ ਲੈਜਿਸਲੇਟਿਵ ਅਤੇ ਐਗਜ਼ੈਕਟਿਵ ਫੰਕਸ਼ਨਸ ਨੂੰ ਕੀ ਗਵਰਨਰ ਜਨਰਲ ਦੀ ਕਾਉਂਸਿਲ ਤੋਂ ਅਲੱਗ ਕਰ ਦਿੱਤੇ ਗਏ, ਠੀਕ ਹੈ। ਮਤਲਬ ਕਿ ਲੈਜਿਸਲੇਟਿਵ ਫੰਕਸ਼ਨ ਜਿਹੜੇ ਕਿ ਲੈਜਿਸਲੇਟਿਵ ਫੰਕਸ਼ਨਸ ਕਿਹੜੇ ਹੁੰਦੇ ਨੇ, ਕਾਨੂੰਨ ਬਣਾਉਣਾ, ਠੀਕ ਹੈ, ਉਹਨੂੰ ਪਾਸ ਕਰਨਾ, ਠੀਕ ਹੈ। ਐਗਜ਼ੈਕਟਿਵ ਦੇ ਵਿੱਚ ਕੀ ਹੁੰਦਾ ਮਤਲਬ ਕਿ ਉਹਨਾਂ ਨੂੰ ਲਾਗੂ ਕਰਨਾ, ਠੀਕ ਹੈ। ਉਹਨਾਂ ਮਤਲਬ ਕਿ ਫਸਟ ਡਿਸਕਸ਼ਨ ਜਿਹੜੀ ਹੈਗੀ ਐਗਜ਼ੈਕਟਿਵ ਦੇ ਆਪਾਂ ਕੀ ਕਾਰਜਪਾਲਿਕਾ ਦੇ ਵਿੱਚ ਹੀ ਹੁੰਦੀ ਹੈ, ਠੀਕ ਹੈ। ਅਤੇ ਇਸ ਤੋਂ ਬਾਅਦ ਕਿ ਵਿਧਾਨ ਪਾਲਿਕਾ ਤਾਂ ਫਿਰ ਉਹ ਲੋਕਾਂ ਦੇ ਜਿਹੜਾ ਲਾਗੂ ਕਰਦੀ ਹੈ ਇਹਦੇ ਉਹਦੇ ਮੈਰਿਟਸ ਡੀਮੈਰਿਟਸ ਦੇਖਦੀ ਹੈ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਵੀ ਗਵਰਨਰ ਜਨਰਲ ਦੀ ਕਾਉਂਸਿਲ ਤੋਂ ਕੀ ਇਹਨੂੰ ਕੀ ਜਿਹੜਾ ਹੈਗਾ ਸੀ ਅਲੱਗ ਕੀਤਾ ਗਿਆ। It provided for the addition of 6 new members called the legislative councillors to the council, ठीक है। ਤਾਂ ਉਹਨਾਂ ਨੇ ਕੀ ਕੀਤਾ ਸੀ 6 ਨਵੇਂ ਅੱਗੇ ਕੀ ਗਿਆ ਸੀ ਜਿੰਨੇ ਮੈਂਬਰ ਹੈਗੇ ਸੀ ਉਹਨਾਂ ਨਾਲ ਕੀ ਐਡ ਕੀਤੇ ਗਏ 6 ਮੈਂਬਰ ਹੋਰ ਐਡ ਕਰ ਦਿੱਤੇ ਗਏ ਵੀ ਜਿਹੜਾ ਹੈਗਾ ਸੀ ਲੈਜਿਸਲੇਟਿਵ, ਉਹਨਾਂ ਨੂੰ ਕੀ ਕਿਹਾ ਗਿਆ ਲੈਜਿਸਲੇਟਿਵ ਕਾਉਂਸਲਰ ਕਿਹਾ ਗਿਆ, ਠੀਕ ਹੈ। ਜਿਹੜੇ ਕਿ ਕਾਉਂਸਿਲ ਜਿਹੜੇ ਉਹਨਾਂ ਦੀ ਕਾਉਂਸਿਲ ਹੈਗੀ ਬ੍ਰਿਟਿਸ਼ ਕਾਉਂਸਿਲ ਹੈਗੀ ਸੀ ਉਹਨਾਂ ਦੇ ਵਿੱਚ ਉਹ ਜਿਹੜਾ ਹੈਗਾ ਸੀ ਪਾਰਟ ਲੈਣਗੇ, ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਫਸਟ ਫੀਚਰ ਇਹ ਹੈਗਾ, ਠੀਕ ਹੈ। ਸੈਕਿੰਡ ਫੀਚਰ ਦੀ ਗੱਲ ਕਰਦੇ ਹਾਂ, ਸੈਕਿੰਡ ਫੀਚਰ ਦੇ ਵਿੱਚ ਜਿਹੜਾ ਹੈਗਾ ਸੀ it established the separate Governor General's Council known to be as Indian Legislative Council। ਤਾਂ ਉਹੀ ਗੱਲ ਹੈਗੀ ਵੀ ਉਹਨਾਂ ਨੇ ਕੀ ਹੈਗਾ ਸੀ ਜਿਹੜਾ ਹੈਗਾ ਸੀ ਪਹਿਲੀ ਵਾਰ ਐਸਟੈਬਲਿਸ਼ ਕੀਤੀ ਸੈਪਰੇਟ ਗਵਰਨਰ ਜਨਰਲ ਦੀ ਕਾਉਂਸਿਲ ਜਿਹਨੂੰ ਕੀ ਹੈ ਇੰਡੀਅਨ ਲੈਜਿਸਲੇਟਿਵ ਕਾਉਂਸਿਲ ਕਿਹਾ ਗਿਆ। ਦਿਸ ਲੈਜਿਸਲੇਟਿਵ ਵਿੰਗ ਫੰਕਸ਼ਨਡ ਐਜ਼ ਅ ਮਿਨੀ ਪਾਰਲੀਮੈਂਟ, ਠੀਕ ਹੈ। ਤਾਂ ਇਹਨੂੰ ਉਹੀ ਮੈਂ ਤੁਹਾਨੂੰ ਅੱਗੇ ਫਸਟ ਪੁਆਇੰਟ ਦੇ ਵਿੱਚ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਸੀ ਵੀ ਜਿਹੜਾ ਹੈਗਾ ਸੀ ਵੀ ਇਹਨੂੰ ਕੀ ਮਿਨੀ ਪਾਰਲੀਮੈਂਟ ਜਿਹੜੀ ਗਈ ਸੀ 1853 ਦੇ ਵਿੱਚ ਕਿ ਬ੍ਰਿਟਿਸ਼ ਦੀ ਇੱਕ ਮਿਨੀ ਪਾਰਲੀਮੈਂਟ ਇੰਟਰੋਡਿਊਸ ਕੀਤੀ ਗਈ, ਠੀਕ ਹੈ, ਜਿਹਨੂੰ ਆਪਾਂ ਕੀ ਹੈ ਇੰਡੀਅਨ ਲੈਜਿਸਲੇਟਿਵ ਕਾਉਂਸਿਲ ਵੀ ਕਹੀ ਗਿਆ, ਜਿਹਦੇ ਵਿੱਚ ਕੀ ਹੈਗਾ ਸੀ ਫਸਟ ਮੈਂਬਰ ਜਿੰਨੇ ਵੀ ਹੈਗੇ ਸੀ ਉਹਦੇ ਨਾਲ ਕਿ 6 ਮੈਂਬਰਸ ਹੋਰ ਐਡ ਕਰ ਦਿੱਤੇ ਗਏ, ਉਹਨਾਂ ਨੂੰ ਕੀ ਲੈਜਿਸਲੇਟਿਵ ਕਾਉਂਸਲਰ ਕਿਹਾ ਗਿਆ ਸੀ ਕਾਉਂਸਿਲ ਦੇ ਵਿੱਚ, ਠੀਕ ਹੈ। ਤਾਂ ਹੁਣ ਕੀ ਹੋਇਆ ਇਹਦੇ ਵਿੱਚ ਜਿਹੜਾ ਹੈਗਾ ਸੀ ਮਿਨੀ ਪਾਰਲੀਮੈਂਟ ਬਣ ਗਈ ਅਡੋਪਟਿੰਗ ਸਮ ਸੇਮ ਪ੍ਰੋਸੀਜਰਸ ਐਜ਼ ਦਾ ਬ੍ਰਿਟਿਸ਼ ਪਾਰਲੀਮੈਂਟ, ਠੀਕ ਹੈ। ਜੋ ਵੀ ਪ੍ਰੋਸੀਜਰ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਫੋਲੋ ਕਰਦੀ ਸੀ ਉਹ ਸੇਮ ਪ੍ਰੋਸੀਜਰ ਕੀ ਹੈ ਇੱਥੇ ਜਿਹੜਾ ਹੈਗਾ ਉਹਨੂੰ ਕੀ ਫੋਲੋ ਕੀਤੇ ਜਾਂਦੇ ਸੀ, ਠੀਕ ਹੈ। ਤਾਂ ਅੱਗੇ ਆਪਾਂ ਜਿਹੜਾ ਹੈਗਾ ਥਰਡ ਪੁਆਇੰਟ ਵੱਲ ਵੱਧਦੇ ਹਾਂ। ਇਟ ਇੰਟਰੋਡਿਊਸਡ ਐਨ ਓਪਨ ਕੰਪੀਟੇਟਿਵ ਸਿਸਟਮ ਆਫ ਸਿਲੈਕਸ਼ਨ ਐਂਡ ਰਿਕਰੂਟਮੈਂਟ ਆਫ ਸਿਵਲ ਸਰਵੈਂਟਸ, ਠੀਕ ਹੈ। ਤਾਂ ਕੀ ਚਾਰਟਰ ਐਕਟ 1853 ਦੇ ਵਿੱਚ ਕੀ ਹੈ ਆਪਣੇ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜਾ ਹੈਗਾ ਭਾਰਤੀਆਂ ਵਾਸਤੇ ਜਿਹੜਾ ਹੈਗਾ ਸੀ ਸਿਵਲ ਸਰਵਿਸਿਜ਼ ਦਾ ਜਨਮ ਹੋਇਆ, ਠੀਕ ਹੈ। ਤੈਨੂੰ ਕੀ ਉਹਨਾਂ ਨੇ ਉਹੀ ਗੱਲ ਕੀਤੀ ਇਟ ਇੰਟਰੋਡਿਊਸਡ ਐਨ ਓਪਨ ਕੰਪੀਟੇਟਿਵ ਸਿਸਟਮ ਆਫ ਸਿਲੈਕਸ਼ਨ ਐਂਡ ਰਿਕਰੂਟਮੈਂਟ, ਠੀਕ, ਆਫ ਸਿਵਲ ਸਰਵਿਸ। ਮਤਲਬ ਕਿ ਕੰਪੀਟੀਸ਼ਨ ਦੇ ਵਿੱਚ ਹੁਣ ਕੀ ਭਾਰਤੀ ਵੀ ਹਿੱਸਾ ਲੈ ਸਕਦੇ ਸੀ, ਠੀਕ ਹੈ। ਦ covenanted civil services was thus thrown upon to the Indian also, ਠੀਕ ਹੈ। ਤਾਂ ਹੁਣ ਕੀ ਜਿਹੜਾ ਹੈਗਾ ਸੀ ਇੱਕ ਜਿਹੜਾ ਟਰਮ ਹੈਗੀ ਹੈ ਕੋਵਨੈਂਟਡ, ਠੀਕ ਹੈ। ਜਿਹੜੀ ਕੋਵਨੈਂਟਡ ਟਰਮ ਹੈਗੀ ਉਹ ਕੀ ਹੈ ਹਾਈਅਰ ਸਿਵਲ ਸਰਵਿਸਿਜ਼ ਵਾਸਤੇ ਜਿਹੜੀ ਹੈਗੀ ਸੀ ਉਸ ਟਾਈਮ ਯੂਜ਼ ਕੀਤੀ ਜਾਂਦੀ ਸੀ, ਠੀਕ ਹੈ। ਹਾਈਅਰ ਸਿਵਲ ਸਰਵਿਸਿਜ਼ ਮਤਲਬ ਕੀ ਹੈ ਜਿਹੜੇ ਹੈਗੇ ਸੀ ਵੀ ਆਪਾਂ ਲੈਵਲ ਦੇ ਜਿਹੜੇ ਆਪਾਂ ਆਫਿਸਰ ਕਹਿ ਦਈਏ ਜਿਵੇਂ ਆਪਾਂ ਹੁਣ ਪ੍ਰੈਜ਼ੈਂਟ ਟਾਈਮ 'ਚ ਕਹਿ ਦਈਏ ਨਾ ਵੀ ਜੁਆਇੰਟ ਸੈਕਟਰੀ ਐਟਸੈਕਟਰਾ ਇਸ ਤਰ੍ਹਾਂ ਦੀ ਜਿਹੜੇ ਹੈਗੇ ਸੀ ਉਹਨਾਂ ਜੋ ਵੀ ਹੈਗੇ ਸੀ ਨਾ ਉਹ ਜਿਹੜੇ ਹੁੰਦੇ ਨੇ ਮਤਲਬ ਕਿ ਸਰਕਾਰ ਦੇ ਵਿੱਚ ਬਹਿ ਕੇ ਕੰਮ ਕਰਦੇ ਨੇ ਤਾਂ ਉਹ ਕੀ ਜਿਹੜੇ ਹੈਗੇ ਸੀ ਉਹਨਾਂ ਵਾਸਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਕੋਵਨੈਂਟਡ ਸਿਵਲ ਸਰਵਿਸਿਜ਼ ਕਿਹਾ ਜਾਂਦਾ, ਠੀਕ ਹੈ। ਤਾਂ ਜਿਹੜੀ ਹੈਗੀਆਂ ਸੀ ਇੰਡੀਅਨ ਵਾਸਤੇ ਪਹਿਲਾਂ ਜਿਹੜੀ ਹੈਗੀਆਂ ਸੀ ਉਹ ਕੀ ਹੈਗੇ ਸੀ ਅਨਕੋਵਨੈਂਟਡ ਸਿਵਲ ਸਰਵਿਸਿਜ਼ ਜਿਹੜੀ ਕਿ ਲੋ ਸਿਵਲ ਸਰਵਿਸਿਜ਼ ਉਹਨੂੰ ਕਿਹਾ ਜਾਂਦਾ ਸੀ, ਉਹ ਲੋ ਸਿਵਲ ਸਰਵਿਸਿਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਬ੍ਰਿਟਿਸ਼ ਪਾਰਲੀਮੈਂਟ ਜਦੋਂ ਇੰਟਰੋਡਿਊਸ ਕੀਤੀ ਤਾਂ ਉਹਨਾਂ ਨੇ ਕੀ ਕੀਤਾ ਮਤਲਬ ਉਹਨਾਂ ਨੇ ਇੱਕ ਹੋਰ ਜਿਹੜੀ ਮੇਜਰ ਜਿਹੜਾ ਚੇਂਜ ਲਿਆਂਦਾ ਹੈਗਾ ਭਾਰਤ ਦੀ ਮਤਲਬ ਕਿ ਜਦੋਂ ਦਾ ਰੂਲ ਕਰਨਾ ਸਟਾਰਟ ਕੀਤਾ ਸੀ ਉਹ ਇਹ ਕੀਤਾ ਸੀ ਵੀ ਇੱਕ ਤਾਂ ਕੀ ਹੈਗਾ ਸੀ ਵੀ ਭਾਰਤੀਆਂ ਨੂੰ ਕੀ ਜਿਹੜਾ ਹੈਗਾ ਹਿੱਸਾ ਲੈਣ ਦਿੱਤਾ ਗਿਆ,
ठीक है सिविल सर्विसिज विच। दूसरा की कीता उन्होंने जिहड़ा हैगा सी सिविल सर्विसिज विच हिस्सा तो लेना स्टार्ट कर दिता उन्होंने, ये भारत विच बर्थ हो गया, ठीक है सिविल सर्विसिज का। एक और उन्होंने की कीता द मैकुलो कमेटी, ठीक है एक मैकुले कमेटी बनाई गई जिहड़ी कि 1854 ईस्वी दे विच बनाई गई सी भारतीय सिविल सर्विसिज वास्ते, ठीक है भी वो कि भारतीय सिविल सर्विसिज का किवें डिज़ाइन होएगा, कित्थे कित्थे किहड़ी पोजीशन जिहड़े हैगे ने भारतीय लोग जिहड़े हैगे सी वो जिहड़े हैगे सी उत्थे पार्ट लै सकदे सी, उत्थे जिहड़ा हैगा आदि जिहड़ी सेवावां जिहड़ी हैगी सी दे सकदे सी, ठीक है। तो ये जिहड़ा हैगा कम उन्होंने किया गया, ठीक है। तो ये मैकुले कमेटी कदों इंट्रोड्यूस की गई, वो की गई 1854 ईस्वी दे विच। क्यों की गई, क्यों इंडियन सिविल सर्विसिज वास्ते कि कमेटी जिहड़ी सी इंट्रोड्यूस की गई, ठीक है। तो ध्यान रखना है। अगे जिहड़ा हैगा सी नैक्सट जिहड़ा हैगा सी फीचर हैगा वो किया गया, इट एक्सटेंडेड द कंपनीज रूल एंड अलाउड इट टू रिटेन द पोजेशंस ऑफ इंडियन टेरेटरीज ऑन द ट्रस्ट फॉर द ब्रिटिश क्राउन, ठीक है। तो ब्रिटिश क्राउन ने एक बार होर उन्होंने जिहड़ा हैगा कंपनी नूं की मौका दिता गया भी तुसी जिहड़ा हैगा सी कंपनी दा रूल जिहड़ा हैगा ना उहनूं की एक्सटेंड कर दिता गया भी तुसी थोड़े टाइम वास्ते होर जिहड़ा हैगा इत्थे जिहड़ा हैगा रूल करो, ठीक है। पर की होया कि जिहड़े हैगे सी उन्होंने दोबारा फिर जिहड़े इंडियन टैरेटरीज जिथे ब्रिटिशर्स ने कब्जा किया होया सी तो उन्होंने क्यों दित्तियां गया, बट इट डिड नॉट स्पैसीफाई एनी पर्टिकुलर पीरियड, ठीक है। मतलब वो ज़्यादा टाइम तक वो भी नहीं सर्टेन रहे, वो फिर कि वो सेम गल होगी अनलाइक द प्रीवियस चार्टर्स, ठीक है भी वो जिहड़े प्रीवियस चार्टर्स दे विच चलो थोड़ा टाइम चल गए तो हुण की हैगा सी प्रैजेंट टाइम दे विच जदों ये जिहड़ा हैगा 1853 ईस्वी दे विच फिर दोबारा इन्हां नूं मौका दिता गया तो इस टाइम की क्लीयर इंडीकेशन है, मतलब क्लीयर साइन है भी कंपनी का रूल होने की टर्मीनेट कर दिता जाएगा, खत्म कर दिता गया जाएगा। क्योंकि की होना है ना भी लोगों को की है भी मतलब उन्होंने एक आप कह दईए भी बुद्धू बनाने जां फिर कि उन्होंने उत्ते रूल करन दे विच की हैगा सी ईस्ट इंडिया कंपनी ब्रिटिश ईस्ट इंडिया कंपनी हैगी सी वो की गई सी इनकैपेसिटेंट हैगी सी, मतलब वो कि हुण सही तरीके नाल रूल नहीं कर पा रही सी, ठीक है। क्योंकि लोग उस टाइम की हैगा सी मतलब हुण की जागरूक होने स्टार्ट हो गए सी तो लोग की कई बार की रिवोल्ट कर देंदे सैक्टर कोई भी जिहड़ा हैगा सी करदे सी तो उन्होंने की जिहड़ा हैगा सी उन्होंने हैंडल करन दे विच की असफल रहिंदे सी। अगे लास्ट जिहड़ा हैगा चार्टर एक्ट 1853 का उनका लास्ट जो आप पॉइंट गल कर लीए तो वो की है, इट इंट्रोड्यूस फॉर द फर्स्ट टाइम लोकल रिप्रजेंटेशन इन द इंडियन सेंट्रल लैजिस्लेटिव काउंसिल। तो उन्होंने की सब तो पहली बार की है लोकल रिप्रजेंटेशन जी स्टार्ट की थी। पहला की होंगे ब्रिटिश जी ब्रिटिश पार्लीमेंट जो बनाएगी, ठीक है उन्होंने ही जोड़े ब्रिटेन तो आए या फिर की जोड़े इतने इंडिया के जोड़े उन्होंने ब्रिटिश लोग है वो ही सिर्फ काउंसिल हिस्सा लेंदे सी। पर सब तो पहली बार की है जोड़े गए उन्होंने काउंसिल के हिस्सा लैन वास्ते जोड़े है उन्होंने की है एक प्रोविजन स्टार्ट की सी चार्टर एक्ट 1853 जिंदे की है लैजिस्लेटिव काउंसिल अपने जोड़े है लोग जोड़े लोकल रिप्रजेंटेटिव उतों ही चुने जा सकते थे। Of the 6 new legislative members of the Governor General's Council, 4 members were appointed by the local government, ठीक है 4 मैंबर्स जोड़े गए लोकल गवर्नमेंट द्वारा ही चुने जाते थे। वो किहड़े कितों कितों की गवर्नमेंट सी एक मद्रास तो, ठीक है बॉम्बे तो बंगाल तो आगरा तो, ठीक है ये ध्यान रखना है बॉम्बे मद्रास बंगाल तो आगरा तो की 4 जोड़े गए मैंबर्स जोड़े गए लोकल रिप्रजेंटेटिव जोड़े गए लोकल गवर्नमेंट ही चुनती सी जोड़े गए लैजिस्लेटिव काउंसिल के ब्रिटिश जी आप मिनी पार्लीमेंट जिंदी आप गल की, ठीक है। तो कंपनी रूल के इन्ना ही काफ़ी है, ठीक है। होर एक मतलब कि 5-7 पॉइंट निकलते हैं बट वो इररेलीवेंट है इस करके आप उन्होंने इनकॉर्पोरेट नहीं किया, मतलब इन शामिल नहीं किया। तो तुसी जिहड़ा है अगे आप नैक्सट लैक्चर दे विच आपां की करांगे, नैक्सट लैक्चर आप जो लैके आवांगे वो लैके आवांगे क्राउन रूल का, ठीक है भी क्राउन रूल कदों स्टार्ट होया। क्राउन रूल जिहड़ा हैगा सी 1858 दे स्टार्ट होया। तो एक आप इत्थे थोड़ा मैं तुहानूं होर दस देना जिहड़ा ये इन्होंने एक्सटेंड किया सी ना कंपनी का रूल ये की सिर्फ मतलब कि ना 1858 तक ही चलिया 1857 तक चलिया। इस करके जिहड़ा की है भी क्राउन रूल जिहड़ा है ब्रिटिश क्राउन जिहड़ा है उस सीधे तौर पर कि जिहड़ा 1858 दे विच जिहड़ा है उन्होंने रूल करना स्टार्ट किया तो 1947 दे विच की है इनू जिहड़ा है अपने देश भारत नूं आज़ादी मिली तो ब्रिटिश क्राउन रूल जिहड़ा है उस टाइम खत्म हो गया, ठीक है। तो आप नैक्सट लैक्चर लैके आवांगे वो लैके आवांगे क्राउन रूल बारे। सो थैंक यू वेरी मच। आई होप तुहानूं लैक्चर वधिया लग्गिया होएगा, तुहाडे वास्ते लैक्चर वैल्यूएबल होएगा, तुहाडे टाइम जिहड़ा यूटिलाइज होया होएगा। नाले एक होर गाइज ध्यान रखो भी जदों तुसीं लैक्चर सुनदे हो तो तुसीं की है जिहड़ा कमेंट सैक्शन दे विच आदे व्यूज़ दित्ते करो, ठीक है। देख के मतलब की है जे तुहानूं लगदा है भी सही है तो
ਸਹੀ ਦੱਸੋ ਜੇ ਤੁਹਾਨੂੰ ਲੱਗਦਾ ਵੀ ਕੋਈ ਜਿਹੜੇ ਹੈਗੇ ਮਿਸਟੇਕਸ ਹੈਗੇ ਨੇ, ਮਤਲਬ ਕਿ ਮਿਸਟੇਕਸ ਇਨ ਦਾ ਸੈਂਸ ਕਿ ਕੋਈ ਨਾ ਕੋਈ ਵੀਡੀਓ ਦੇ ਵਿੱਚ ਜਿਹੜਾ ਹੈਗਾ ਐਡਿਟ ਕਰਨ ਦੀ ਜ਼ਰੂਰਤ ਹੈ, ਜਾਂ ਫਿਰ ਕਿ ਨੋਟ ਸਹੀ ਨਹੀਂ ਬਣੇ ਹੋਏ, ਜਾਂ ਕੁਛ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਤਾਂ ਪਲੀਜ਼ ਮੇਰੇ ਨਾਲ ਸ਼ੇਅਰ ਕਰੋ, ਠੀਕ ਹੈ। ਥੈਂਕ ਯੂ ਵੈਰੀ ਮਚ ਗਾਈਜ਼, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨਸ। ਇਹ ਚੈਨਲ ਤੁਹਾਨੂੰ ਕਿ ਹਰੇਕ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਵਾਸਤੇ ਪੋਲਿਟੀ ਲਈ, ਜਿਹੜੇ ਪੋਲਿਟੀ ਸਬਜੈਕਟ ਲਈ ਤੁਹਾਨੂੰ ਤਿਆਰ ਕਰੇਗਾ। ਥੈਂਕ ਯੂ very much guys, bye bye।